ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਜੇ ਤੁਸੀਂ ਵੀ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੇ ਲਈ, ਸੀ ਟੈਟ ਦੇ ਲਈ ਜਾਂ ਮੈਥ ਮਾਸਟਰ ਕੈਡਰ ਦੇ ਲਈ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ। ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਏਗਾ ਤੁਹਾਡੇ ਲਈ। ਤਾਂ ਬਿਲਕੁਲ ਜੀ ਅੱਜ ਕੰਟੀਨਿਊ ਕਰਦੇ ਹਾਂ ਆਪਣੇ ਪੰਜਾਬੀ ਦੇ ਸਿਲੇਬਸ ਨੂੰ। ਅੱਜ ਜੋ ਆਪਾਂ ਟੌਪਿਕ ਕੰਪਲੀਟ ਕਰਨਾ ਆਪਾਂ ਸਟਾਰਟ ਕਰ ਚੁੱਕੇ ਹਾਂ, ਜਿਸ ਦਾ ਨਾਮ ਸੀ ਰਚਨਾ ਦੀ ਸਿੱਖਿਆ। ਤਾਂ ਬਿਲਕੁਲ ਇਸ ਨੂੰ ਅੱਜ ਆਪਾਂ ਕੰਪਲੀਟ ਕਰ ਦੇਵਾਂਗੇ ਟੌਪਿਕ ਨੂੰ, ਠੀਕ ਹੈ ਜੀ। ਜੇਕਰ ਇਸ ਤੋਂ ਪਹਿਲਾਂ ਤੁਸੀਂ ਪ੍ਰੀਵੀਅਸ ਵੀਡੀਓ ਨਹੀਂ ਦੇਖੀ, ਜਦੋਂ ਤੱਕ ਸਿਲੇਬਸ ਨਹੀਂ ਸਟਾਰਟ ਕੀਤਾ ਤਾਂ ਕਰ ਲਓ ਸਟਾਰਟ। ਤੁਹਾਨੂੰ ਇੱਕ ਪ੍ਰੋਪਰ ਆਪਾਂ ਕਹਿ ਸਕਦੇ ਕਿ ਪੂਰਾ ਦਾ ਪੂਰਾ ਇੱਕ ਕੋਰਸ ਸਾਨੂੰ ਇੱਥੇ ਅਵੇਲੇਬਲ ਨਜ਼ਰ ਆ ਰਿਹਾ। ਚੈਨਲ 'ਤੇ ਤੁਸੀਂ ਜਾ ਕੇ ਦੇਖੋਗੇ ਤਾਂ ਤੁਹਾਨੂੰ ਪੂਰਾ ਦਾ ਪੂਰਾ ਜੋ ਰੈਗੂਲਰ ਕਲਾਸਿਸ ਦੀ ਤਰ੍ਹਾਂ ਜੋ ਵੀਡੀਓਜ਼ ਨੇ ਉਹ ਅਵੇਲੇਬਲ ਨਜ਼ਰ ਆਉਣਗੀਆਂ, ਠੀਕ ਹੈ ਜੀ। ਤਾਂ ਬਿਲਕੁਲ ਦੇਖਦੇ ਹਾਂ ਫਿਰ ਅੱਜ ਆਪਣਾ ਜੋ ਟੌਪਿਕ ਹੈ ਉਸਦਾ ਨਾਮ ਹੈ ਰਚਨਾ ਦੀ ਸਿੱਖਿਆ, ਜਿਸ ਨੂੰ ਅੱਜ ਆਪਾਂ ਕੰਪਲੀਟ ਕਰਨਾ। ਪੰਜਾਬੀ ਪੈਡਾਗੋਜੀ ਦਾ ਟੌਪਿਕ ਹੈ। ਔਰ ਇਸ ਤੋਂ ਪਹਿਲਾਂ ਵੀ ਆਪਾਂ ਪੰਜਾਬੀ ਪੈਡਾਗੋਜੀ ਦੇ CDP ਜਾਂ ਮੈਥ ਅਗਰ ਆਪਾਂ ਗੱਲ ਕਰੀਏ, ਇੰਗਲਿਸ਼ ਹੋ ਗਿਆ, ਕਾਫੀ ਟੌਪਿਕ ਆਪਾਂ ਇਹਨਾਂ ਦੇ ਕੰਪਲੀਟ ਕਰ ਚੁੱਕੇ ਹਾਂ। ਤਾਂ ਕੰਟੀਨਿਊ ਕਰਦੇ ਹਾਂ ਟੌਪਿਕ ਨੂੰ। ਇਹਦੇ ਵਿੱਚ ਆਪਾਂ ਕਾਫੀ ਕੁਛ ਡਿਸਕਸ ਕਰ ਚੁੱਕੇ ਹਾਂ। ਸਭ ਤੋਂ ਪਹਿਲਾਂ ਤਾਂ ਇਹ ਦੇਖਿਆ ਸੀ ਆਪਾਂ ਕਿ ਰਚਨਾ ਦੀ ਸਿੱਖਿਆ ਹੁੰਦੀ ਕੀ ਹੈ। ਆਫਟਰ ਦੈਟ ਆਪਾਂ ਇਹ ਦੇਖਿਆ ਸੀ ਕਿ ਕਿਹੜੇ ਆਪਾਂ ਨੂੰ ਵਿਧੀਆਂ ਯੂਜ਼ ਕਰਨੀਆਂ ਚਾਹੀਦੀਆਂ ਨੇ, ਕਿੰਨੇ ਟਾਈਪਸ ਦੀ ਹੁੰਦੀ ਆ, ਮੌਖਿਕ ਹੁੰਦੀ ਹੈ, ਲਿਖਿਤ ਹੁੰਦੀ ਆ, ਹੈ ਨਾ। ਸਾਰਾ ਕੁਛ ਆਪਾਂ ਇਹਦੇ ਵਿੱਚ ਸਟੱਡੀ ਕੀਤਾ ਸੀ। ਤਾਂ ਉਸ ਤੋਂ ਬਾਅਦ ਥੋੜ੍ਹਾ ਜਿਹਾ ਇਸ ਟੌਪਿਕ ਨੂੰ ਕੰਟੀਨਿਊ ਕਰਦੇ ਹਾਂ। ਇਹੀ ਟੌਪਿਕ ਕਰਨ ਤੋਂ ਪਹਿਲਾਂ, ਇਸ ਤੋਂ ਪਹਿਲਾਂ ਜੇਕਰ ਤੁਸੀਂ ਇਹੀ ਟੌਪਿਕ ਕੀਤਾ ਨਹੀਂ ਤਾਂ ਇਸ ਦੇ ਪਹਿਲਾਂ ਜੋ ਫਸਟ ਵੀਡੀਓ ਹੈ ਨਾ ਉਸਨੂੰ ਕੰਪਲੀਟ ਕਰ ਲਓ। ਤਾਂ ਉਸ ਤੋਂ ਬਾਅਦ ਸੈਕਿੰਡ ਵੀਡੀਓ ਤੁਹਾਨੂੰ ਤਾਂ ਹੀ ਸਮਝ ਆਏਗੀ, ਠੀਕ ਹੈ ਜੀ। ਤਾਂ ਉਹ ਵੀ ਤੁਹਾਨੂੰ ਚੈਨਲ 'ਤੇ ਅਵੇਲੇਬਲ ਮਿਲ ਜਾਣੀ ਹੈ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਦੇਖੋ ਅੱਜ ਆਪਾਂ ਡਿਸਕਸ ਕਰਨਾ ਹੈ ਕਿ ਰਚਨਾ ਸੰਬੰਧੀ ਧਿਆਨ ਦੇਣ ਜੋ ਗੱਲਾਂ ਕਿਹੜੀਆਂ ਹੁੰਦੀਆਂ, ਕਿਉਂਕਿ ਕੋਈ ਵੀ ਅਗਰ ਆਪਾਂ ਗੱਲ ਕਰੀਏ ਰਚਨਾ ਕਰਨਾ ਚਾਹੁੰਦੇ ਹਾਂ ਤਾਂ ਕੁਛ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਤਾਂ ਕਿ ਉਸਨੂੰ ਆਪਾਂ ਵਧੀਆ ਤਰੀਕੇ ਨਾਲ ਕਰ ਸਕੀਏ। ਫਸਟ ਆਪਾਂ ਦੇਖ ਪਾ ਰਹੇ ਹਾਂ ਰਚਨਾ ਦਾ ਕੰਮ ਦਿੰਦੇ ਸਮੇਂ ਬੱਚਿਆਂ ਦੀ ਮਾਨਸਿਕ ਪੱਧਰ ਦਾ ਖਾਸ ਧਿਆਨ ਰੱਖਿਆ ਜਾਵੇ। ਛੋਟੀਆਂ ਸ਼੍ਰੇਣੀਆਂ ਲਈ ਭਾਵ ਪ੍ਰਧਾਨ ਵਿਸ਼ੇ ਨਹੀਂ ਹੋਣੇ ਚਾਹੀਦੇ। ਹੁਣ ਦੇਖੋ ਇਹਦੇ ਵਿੱਚ ਇੱਕ ਚੀਜ਼ ਤਾਂ ਬਿਲਕੁਲ ਕਲੀਅਰ ਹੈ, ਇਹ ਵੈਸੇ ਵੀ ਆਪਾਂ ਨੂੰ ਆਮ ਜੀ ਨੌਲੇਜ ਹੈ, ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਗਰ ਸਿਰਫ ਰਚਨਾ ਦੇ ਵਿਸ਼ੇ ਦੇ ਵਿੱਚ ਨਹੀਂ, ਕਿਸੇ ਵੀ ਫੀਲਡ ਦੇ ਵਿੱਚ ਅਗਰ ਆਪਾਂ ਕਿਸੇ ਵੀ ਬੱਚੇ ਨੂੰ ਕੁਝ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉਹ ਕੰਮ ਉਹਨਾਂ ਦੇ ਮਾਨਸਿਕ ਪੱਧਰ ਦੇ ਅਕੋਰਡਿੰਗ ਹੋਣਾ ਚਾਹੀਦਾ ਹੈ। ਅਗਰ ਆਪਾਂ ਬਿਲਕੁਲ ਛੋਟੇ ਬੱਚੇ ਨੂੰ ਕਹਾਂਗੇ ਜਿਸ ਨੇ ਹਾਲੇ ਤੱਕ ਪੈਨਸਿਲ ਪਕੜਨਾ ਵੀ ਨਹੀਂ ਸਿੱਖਿਆ, ਆਪਾਂ ਉਸਨੂੰ ਐਸੇ ਲਿਖਣ ਲਈ ਕਹਾਂਗੇ ਤਾਂ ਉਹ ਇੰਪੋਸੀਬਲ ਹੈ, ਠੀਕ ਹੈ। ਤਾਂ ਉੱਥੇ ਕੀ ਹੋਏਗਾ, ਆਪਾਂ ਨੂੰ ਬੱਚੇ ਦੇ ਮਾਨਸਿਕ ਪੱਧਰ ਦੇ ਅਕੋਰਡਿੰਗ ਆਪਾਂ ਉਹਨੂੰ ਦੱਸਣਾ ਚਾਹੀਦਾ ਸਾਰਾ ਕੁਛ। ਹੁਣ ਜਿਵੇਂ ਕੋਈ ਵੀ ਰਚਨਾ ਹੈ, ਛੋਟੇ ਪ੍ਰਾਇਮਰੀ ਲੈਵਲ 'ਤੇ ਆਪਾਂ ਵਿਧੀਆਂ ਡਿਸਕਸ ਕੀਤੀਆਂ ਨੇ ਕਿ ਕਿਸ ਤਰੀਕੇ ਵਿੱਚ ਉਹਨਾਂ ਨੂੰ ਆਪਾਂ ਸਿਖਾ ਸਕਦੇ ਹਾਂ, ਕਿਸ ਤਰੀਕੇ ਵਿੱਚ ਉਹਨਾਂ ਦਾ ਵਿਕਾਸ ਕਰ ਸਕਦੇ ਹਾਂ, ਠੀਕ ਹੈ। ਉਹ ਸਾਰਾ ਕੁਛ ਉਹਨਾਂ ਵਿਧੀਆਂ ਦਾ ਯੂਜ਼ ਕਰਕੇ ਉਸ ਅਕੋਰਡਿੰਗ ਆਪਾਂ ਨੂੰ ਬੱਚਿਆਂ ਨੂੰ ਸਿਖਾਉਣਾ ਚਾਹੀਦਾ। ਅਗਰ ਆਪਾਂ ਗੱਲ ਕਰੀਏ ਇੱਦਾਂ ਨਹੀਂ ਹੈ ਕਿ ਬਹੁਤ ਛੋਟੇ ਬੱਚੇ ਨੇ ਉਹਨਾਂ ਨੂੰ ਆਪਾਂ ਕਹਿ ਰਹੇ ਹਾਂ ਕਿ ਤੁਸੀਂ ਇਸ ਤਰੀਕੇ ਨਾਲ ਲਿਖੋ ਕਿ ਤੁਹਾਡੇ ਇਕੱਲੇ ਸ਼ਬਦ ਦੇ ਵਿੱਚੋਂ ਤੁਹਾਡੀ ਫੀਲਿੰਗਸ ਦਾ ਪਤਾ ਲੱਗੇ, ਤਾਂ ਉਹ ਇੰਪੋਸੀਬਲ ਹੈ। ਅਤੇ ਸੈਕਿੰਡ ਲਾਈਨ 'ਚ ਵੀ ਤੁਸੀਂ ਦੇਖ ਪਾ ਰਹੇ ਕਿ ਛੋਟੇ ਬੱਚਿਆਂ ਦੇ ਜਿਹੜੇ ਭਾਵ ਨੇ, ਫੀਲਿੰਗਸ ਨੇ, ਉਹ ਜ਼ਿਆਦਾ ਪ੍ਰਧਾਨ ਨਹੀਂ ਹੋਣੇ ਚਾਹੀਦੇ, ਕਿਉਂਕਿ ਉਹ ਹਾਲੇ ਉਹਨੇ ਆਪਾਂ ਕਹਿ ਸਕਦੇ ਮੈਚਿਓਰ ਨਹੀਂ ਹੈਗੇ, ਉਹਨੇ ਅੱਛੇ ਤਰੀਕੇ ਨਾਲ ਹਾਲੇ ਸਿੱਖ ਨਹੀਂ ਪਾਏ। ਜਿਵੇਂ ਜਿਵੇਂ ਵੱਡੇ ਹੋਣਗੇ ਸਿੱਖਦੇ ਜਾਣਗੇ, ਉਵੇਂ ਉਵੇਂ ਉਹਨਾਂ ਦੇ ਵਿੱਚ ਵਿਕਾਸ ਹੁੰਦਾ ਜਾਏਗਾ ਅਤੇ ਨਾਲ ਉਹ ਆਪਣੇ ਭਾਵ ਵੀ ਪ੍ਰਗਟ ਕਰਨਾ ਸਿੱਖ ਲੈਣਗੇ। ਕਲੀਅਰ। ਸੈਕਿੰਡ ਅਗਰ ਆਪਾਂ ਦੇਖੀਏ, ਛੋਟੀਆਂ ਸ਼੍ਰੇਣੀਆਂ ਲਈ ਰਚਨਾ ਉਹਨਾਂ ਦੀ ਰੁਚੀ ਦੇ ਅਨੁਕੂਲ ਹੋਣੀ ਚਾਹੀਦੀ ਹੈ। ਮਤਲਬ ਕਿ ਬਟ ਮੂਰਤ ਰੂਪ ਕੀ ਹੋ ਗਿਆ। ਹੁਣ ਮੂਰਤ ਰੂਪ ਕੀ ਚੀਜ਼ ਹੁੰਦੀ ਹੈ, ਜਿਵੇਂ ਅਗਰ ਆਪਾਂ ਗੱਲ ਕਰੀਏ ਕਿ ਪਿਕਚਰਸ ਤੋਂ ਬੱਚੇ ਸਿੱਖਦੇ ਨੇ, ਠੀਕ ਹੈ। ਪਿਕਚਰਸ ਸਿੱਖਦੇ ਨੇ, ਕੋਈ ਡਾਊਟ ਨਹੀਂ ਹੈ ਇਹਦੇ ਵਿੱਚ। ਤਾਂ ਬੱਚੇ ਛੋਟੇ ਹੁੰਦੇ ਆ ਜਿਹੜੇ 5th ਕਲਾਸ ਤੱਕ ਆਪਾਂ ਨੋਰਮਲੀ ਉਹਨਾਂ ਦੀ ਬੁੱਕਸ ਦੇਖ ਲਈਏ, ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਪਿਕਚਰਸ ਨਾਲ ਸਿਖਾਇਆ ਜਾਂਦਾ ਕਿਉਂਕਿ ਉਹ ਦੇਖ ਕੇ ਸਿੱਖਦੇ ਨੇ, ਜਿਸ ਨੂੰ ਆਪਾਂ ਮੂਰਤ ਰੂਪ ਦੇ ਵਿੱਚ ਵੀ ਕਹਿ ਦਿੰਦੇ ਕਿ ਬੱਚਾ ਮੂਰਤ ਦੇ ਕੋਈ ਵੀ ਪਿਕਚਰ ਜਾਂ ਕੋਈ ਵੀ ਮੂਰਤ ਦੇਖ ਕੇ ਉਸ ਤੋਂ ਚਿੰਤਨ ਕਰਦਾ, ਜਿਸ ਤੋਂ ਸਿੱਖਣ ਦੀ ਕੋਸ਼ਿਸ਼ ਕਰਦਾ, ਠੀਕ ਹੈ। ਹੁਣ ਛੋਟੀਆਂ ਕਲਾਸਿਸ ਨੇ ਜਿਹੜੀਆਂ ਕਿ ਪ੍ਰਾਇਮਰੀ ਲੈਵਲ ਦੀ ਗੱਲ ਹੋ ਰਹੀ ਹੈ ਇੱਥੇ, ਉੱਥੇ ਕੀ ਹੋਣਾ ਚਾਹੀਦਾ ਹੈ, ਰਚਨਾ ਉਹਨਾਂ ਦੀ ਰੁਚੀ ਦੇ ਅਨੁਕੂਲ ਹੋਣੀ ਚਾਹੀਦੀ ਹੈ। ਇੱਦਾਂ ਨਹੀਂ ਹੈ ਕਿ ਉਹ ਕਰਨਾ ਕੁਛ ਹੋਰ ਚਾਹੁੰਦੇ ਨੇ। ਹੁਣ ਦੇਖੋ ਹਾਇਰ ਕਲਾਸਿਸ ਦੇ ਵਿੱਚ ਕੀ ਹੁੰਦਾ, ਉਹ ਸਮਝ ਲੈਂਦੇ ਨੇ ਕਿ ਹਾਂਜੀ ਇਹ ਸਾਡੇ ਲਈ ਜ਼ਰੂਰੀ ਹੈ ਤਾਂ ਇਹ ਸਾਨੂੰ ਕਰਨਾ ਪਏਗਾ। ਬਟ ਛੋਟੇ ਕਲਾਸਿਸ ਦੇ ਵਿੱਚ ਅਗਰ ਆਪਾਂ ਉਹਨਾਂ ਨੂੰ ਇੰਟਰਸਟ ਦੇ ਅਕੋਰਡਿੰਗ ਉਹਨਾਂ ਦੇ ਕੰਮ ਦੇਈਏ ਤਾਂ ਹਾਂਜੀ ਉਹਨਾਂ ਨੂੰ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਕਰਨਗੇ। ਮਤਲਬ ਕੀ ਹੈ, ਜਿਹੜੀ ਉਹ ਰਚਨਾ ਕਰ ਰਹੇ ਨੇ, ਜੋ ਕੁਛ ਵੀ ਲਿਖ ਰਹੇ ਨੇ, ਜੋ ਕੁਛ ਵੀ ਬੋਲ ਰਹੇ ਨੇ, ਤਾਂ ਉਹਨਾਂ ਦੇ ਇੰਟਰਸਟ ਦੇ ਅਕੋਰਡਿੰਗ ਹੋਣਾ ਚਾਹੀਦਾ, ਠੀਕ ਹੈ। ਔਰ ਜ਼ਿਆਦਾਤਰ ਕੋਸ਼ਿਸ਼ ਕੀਤੀ ਜਾਵੇ ਕਿ ਬੱਚਿਆਂ ਨੂੰ ਪਿਕਚਰਸ ਨਾਲ ਸਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਮੂਰਤ ਰੂਪ ਦੇ ਵਿੱਚ, ਕਿਉਂਕਿ ਪ੍ਰਾਇਮਰੀ ਲੈਵਲ 'ਤੇ ਇਹ ਮੈਥਡ ਸਭ ਤੋਂ ਵਧੀਆ ਮੰਨਿਆ ਜਾਂਦਾ ਕਿਉਂਕਿ ਉਸ ਟਾਈਮ 'ਤੇ ਬੱਚੇ ਦੇਖ ਕੇ ਚਿੰਤਨ ਕਰਦੇ ਨੇ। ਨੈਕਸਟ ਅਗਰ ਗੱਲ ਕਰੀਏ, ਰਚਨਾ ਦਾ ਆਕਾਰ ਨਾ ਬਹੁਤਾ ਵੱਡਾ ਹੋਣਾ ਚਾਹੀਦਾ ਅਤੇ ਨਾ ਹੀ ਬਹੁਤਾ ਛੋਟਾ ਹੋਣਾ ਚਾਹੀਦਾ। ਇਹ ਵੀ ਬਿਲਕੁਲ ਇੱਕ ਆਮ ਜੀ ਗੱਲ ਹੈ। ਕੁਛ ਵੀ ਹੈ ਬਹੁਤ ਜ਼ਿਆਦਾ ਲੰਬਾ ਹੋ ਜਾਏਗਾ, ਕੋਈ ਵੀ ਰਚਨਾ ਬੱਚੇ ਬੋਲ ਰਹੇ ਨੇ ਜਾਂ ਲਿਖ ਰਹੇ ਨੇ, ਕਿਵੇਂ ਵੀ ਹੈ ਪ੍ਰਾਇਮਰੀ, ਸੈਕੰਡਰੀ ਜਾਂ ਹਾਇਰ, ਤਾਂ ਉੱਥੇ ਕੀ ਹੋਏਗਾ, ਜ਼ਿਆਦਾ ਲੰਬਾ ਵੀ ਕੀ ਹੋ ਜਾਏਗਾ, ਸਹੀ ਨਹੀਂ ਬੈਠੇਗਾ, ਔਰ ਬਿਲਕੁਲ ਛੋਟਾ ਜਿਹਾ ਵੀ ਸਹੀ ਨਹੀਂ ਬੈਠੇਗਾ। ਤਾਂ ਇੱਕ ਮੀਡੀਅਮ 'ਚ ਉਹਦਾ ਕੀ ਹੋਣਾ ਚਾਹੀਦਾ, ਆਕਾਰ ਹੋਣਾ ਚਾਹੀਦਾ, ਠੀਕ ਹੈ ਜੀ। ਅੱਗੇ ਅਗਰ ਆਪਾਂ ਗੱਲ ਕਰੀਏ, ਰਚਨਾ ਵਿੱਚ ਕਿਤੇ ਵੀ ਅਗਰ ਆਪਾਂ ਗੱਲ ਕਰੀਏ ਵਿਰੋਧਾਭਾਸ ਨਹੀਂ ਹੋਣਾ ਚਾਹੀਦਾ। ਮਤਲਬ ਕੀ ਹੈ, ਜਿਹੜੇ ਉਹਨਾਂ ਦੇ ਵਿਚਾਰ ਨੇ ਉਹ ਕੀ ਹੋਣੇ ਚਾਹੀਦੇ, ਸਮਰੂਪ ਹੋਣੇ ਚਾਹੀਦੇ ਨੇ, ਇੱਕੋ ਜਿਹੇ ਹੋਣੇ ਚਾਹੀਦੇ ਨੇ, ਠੀਕ ਹੈ। ਇੱਦਾਂ ਨਹੀਂ ਹੈ ਕਿ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਸ ਟੌਪਿਕ ਦੀ ਗੱਲ ਕੀਤੀ ਜਾ ਰਹੀ ਹੈ, ਠੀਕ ਹੈ। ਤਾਂ ਉਹ ਚੀਜ਼ ਆਪਾਂ ਨੂੰ ਇਹਦੇ ਵਿੱਚ ਦੇਖਣੀ ਸਹੀ ਹੋਣੀ ਚਾਹੀਦੀ ਹੈ। ਅੱਗੇ ਅਗਰ ਆਪਾਂ ਗੱਲ ਕਰੀਏ, ਰਚਨਾ ਦੇ ਹਰ ਇੱਕ ਸ਼ਬਦ ਦਾ ਉਸਦੀ ਸਥਿਤੀ ਅਤੇ ਲੋੜ ਅਨੁਸਾਰ ਸੁੰਦਰ ਰੂਪ ਵਿੱਚ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ।
ਰਚਨਾ ਦਾ ਮਤਲਬ ਕੀ ਹੁੰਦਾ, ਦੇਖੋ ਲਿਖ ਤਾਂ ਸਾਰੇ ਲੈਂਦੇ ਨੇ, ਬਟ ਇੱਕ ਰਚਨਾ ਕੀ ਹੁੰਦੀ ਹੈ ਜਿਹਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਸ਼ਬਦਾਂ ਨੂੰ ਇਸ ਤਰਤੀਬ ਨਾਲ ਵਰਤਿਆ ਜਾਂਦਾ ਹੈ ਜਾਂ ਇੰਨੇ ਸੋਹਣੇ ਸ਼ਬਦਾਂ ਦਾ ਯੂਜ਼ ਕੀਤਾ ਜਾਂਦਾ ਹੈ ਕਿ ਉਹਦੇ ਵਿੱਚ ਆਪਾਂ ਉਹ ਕਿਤੇ ਨਾ ਕਿਤੇ ਹਰ ਇੱਕ ਇਨਸਾਨ ਨੂੰ ਕੀ ਕਰਦੀ ਹੈ, ਪ੍ਰਭਾਵਿਤ ਕਰਦੀ ਹੈ ਔਰ ਉਸ ਨੂੰ ਪੜ੍ਹਨ ਲਈ ਜਾਂ ਸੁਣਨ ਲਈ ਇੰਸਪਾਇਰ ਹੁੰਦਾ ਸਾਹਮਣੇ ਵਾਲਾ ਪਰਸਨ। ਠੀਕ ਹੈ, ਤਾਂ ਰਚਨਾ ਦਾ ਹਰ ਇੱਕ ਸ਼ਬਦ ਕਿਵੇਂ ਹੋਣਾ ਚਾਹੀਦਾ ਹੈ, ਉਸਦੀ ਪ੍ਰੋਪਰ ਸਥਿਤੀ ਹੋਣੀ ਚਾਹੀਦੀ ਹੈ, ਅਗਰ ਉਸਦੀ ਜ਼ਰੂਰਤ ਹੈ ਤਾਂ ਉਸਦੇ ਅਕੋਰਡਿੰਗ ਹੋਣਾ ਚਾਹੀਦਾ ਹੈ। ਠੀਕ ਹੈ, ਸੁੰਦਰ ਮਤਲਬ ਕਿ ਬਹੁਤ ਸਾਰੇ ਇੱਦਾਂ ਦੇ ਸ਼ਬਦ ਹੁੰਦੇ ਨੇ ਜਿਹੜੇ ਕਿ ਅਗਰ ਦੋ ਸ਼ਬਦਾਂ ਦਾ ਇੱਕੋ ਹੀ ਮੀਨਿੰਗ ਹੁੰਦਾ। ਠੀਕ ਹੈ, ਆਪਾਂ ਨੂੰ ਪਤਾ ਕਿ ਅਗਰ ਇਹ ਵਾਲਾ ਸ਼ਬਦ ਯੂਜ਼ ਕਰਾਂਗੇ ਤਾਂ ਜ਼ਿਆਦਾ ਆਪਾਂ ਨੂੰ ਪ੍ਰਭਾਵਿਤ ਲੱਗੇਗਾ ਇੱਥੇ, ਜਾਂ ਜ਼ਿਆਦਾ ਸੂਟੇਬਲ ਬੈਠੇਗਾ। ਉਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ 'ਚ ਰੱਖ ਕੇ ਕਰਨੀ ਚਾਹੀਦੀ ਹੈ, ਰਚਨਾ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ 7th ਪੁਆਇੰਟ ਤੁਹਾਡੇ ਸਾਹਮਣੇ ਆ, ਅਸਪਸ਼ਟ ਜਿਹੜੇ ਸ਼ਬਦ ਹੁੰਦੇ ਨੇ ਜਾਂ ਜਿਹੜੇ ਵਾਕ ਹੁੰਦੇ ਨੇ ਉਹਨਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਅਸਪਸ਼ਟ ਦਾ ਮਤਲਬ ਹੁੰਦਾ ਹੁਣ ਜਿਵੇਂ ਕਿ ਅਗਰ ਆਪਾਂ ਗੱਲ ਇੱਥੇ ਕਰ ਰਹੇ ਸੀ ਕਿ ਸੁੰਦਰ ਹੋਣਾ ਚਾਹੀਦਾ, ਇਹਦਾ ਮਤਲਬ ਇਹ ਨਹੀਂ ਹੈ ਕਿ ਜਿਸ ਚੀਜ਼ ਦਾ ਆਪਾਂ ਨੂੰ ਮੀਨਿੰਗ ਹੀ ਨਹੀਂ ਪਤਾ ਆਪਾਂ ਉਹ ਚੀਜ਼ ਵੀ ਇੱਥੇ ਲਿਖਾਂਗੇ, ਉਹਦਾ ਕੋਈ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਕੀ ਹੋ ਜਾਂਦਾ, ਜਿਹੜੇ ਵਾਕ ਹੁੰਦੇ ਨੇ ਜਾਂ ਜਿਹੜੇ ਸ਼ਬਦ ਹੁੰਦੇ ਨੇ ਉਹਨਾਂ ਦਾ ਪ੍ਰਯੋਗ ਨਾ ਹੀ ਕਰੀਏ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਉੱਥੇ ਕੀ ਹੈ ਜੋ ਰੀਡਰ ਹੈ ਜਾਂ ਜੋ ਸੁਣਨ ਵਾਲਾ ਉਹਨਾਂ ਨੂੰ ਕਿਤੇ ਨਾ ਕਿਤੇ ਸਮਝਣ ਦੇ ਵਿੱਚ ਕੀ ਆ ਸਕਦੀ ਹੈ, ਦਿੱਕਤ ਆ ਸਕਦੀ ਹੈ। ਠੀਕ ਹੈ, ਨੈਕਸਟ ਆਪਾਂ ਦੇਖ ਪਾ ਰਹੇ ਹਾਂ 8th ਪੁਆਇੰਟ, ਹਰ ਪੈਰੇ ਦੇ ਵਿੱਚ ਇੱਕ ਹੀ ਵਿਚਾਰ ਹੋਣਾ ਚਾਹੀਦਾ ਹੈ। ਠੀਕ ਹੈ, ਤਾਂ ਕਿ ਉਸ ਨੂੰ ਕਲੀਅਰਲੀ ਸਮਝਿਆ ਜਾ ਸਕੇ। ਇੱਦਾਂ ਨਹੀਂ ਹੈ ਕਿ ਤੁਸੀਂ 2 ਲਾਈਨਾਂ ਦੇ ਵਿੱਚ ਜਾਂ ਬਹੁਤ ਸਾਰੇ ਆਪਣੇ ਵਿਚਾਰ ਲਿਖ ਰਹੇ ਹੋ ਅਤੇ ਜਿਸ ਨੂੰ ਸਮਝਣਾ ਹੀ ਮੁਸ਼ਕਿਲ ਨਹੀਂ ਹੋ ਪਾ ਰਿਹਾ। ਠੀਕ ਹੈ, ਮਤਲਬ ਇਸ ਤਰੀਕੇ ਨਾਲ ਥੋੜ੍ਹਾ ਤਰਤੀਬ ਦਾ ਮਤਲਬ ਇਹ ਹੋ ਜਾਂਦਾ ਇੱਕ ਲੈਅ ਦੇ ਵਿੱਚ ਇੱਕ ਸਹੀ ਤਰੀਕੇ ਨਾਲ ਉਸ ਨੂੰ ਰਿਪ੍ਰਜੈਂਟ ਕਰਨਾ, ਜਿਹਦੇ ਵਿੱਚ ਇਹ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਕਿ ਸਪਸ਼ਟ ਹੋਣਾ ਚਾਹੀਦਾ, ਸ਼ੁੱਧ ਹੋਣਾ ਚਾਹੀਦਾ, ਜ਼ਿਆਦਾ ਡਿਫੀਕਲਟੀ ਹੋਣਾ ਚਾਹੀਦਾ ਅਤੇ ਇੱਕ ਹੀ ਵਿਚਾਰ ਇੱਕ ਪੈਰੇ ਦੇ ਵਿੱਚ ਮੌਜੂਦ ਹੋਣਾ ਚਾਹੀਦਾ। ਲਿਖਿਤ ਰਚਨਾ ਤੋਂ ਪਹਿਲਾਂ ਮੌਖਿਕ ਰਚਨਾ ਹੈ ਜੋ ਉਹ ਕਰਵਾਉਣੀ ਚਾਹੀਦੀ ਹੈ। ਠੀਕ ਹੈ, ਤੁਸੀਂ ਇੱਥੇ ਦੇਖ ਪਾ ਰਹੇ ਹੋ ਕਿ ਲਿਖਿਤ ਰਚਨਾ ਅਤੇ ਮੌਖਿਕ ਰਚਨਾ ਜੋ ਸਿਰਫ ਬੋਲ ਕੇ ਹੁੰਦੀ ਹੈ। ਲਿਖਿਤ ਰਚਨਾ ਜਦੋਂ ਆਪਾਂ ਲਿਖ ਕੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦੇ ਹਾਂ। ਠੀਕ ਹੈ, ਅਤੇ ਮੌਖਿਕ ਜੇਕਰ ਤੁਸੀਂ ਲਿਖਿਤ ਰਚਨਾ ਕਰਨਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਇੱਕ ਵਾਰੀ ਉਸਨੂੰ ਮੌਖਿਕ ਰਚਨਾ ਦੇ ਰੂਪ ਵਿੱਚ ਜ਼ਰੂਰ ਪ੍ਰਗਟ ਕਰਕੇ ਦੇਖੋ। ਠੀਕ ਹੈ, ਉਹਦੇ ਨਾਲ ਕੀ ਹੋਏਗਾ, ਤੁਹਾਡੀ ਜੇਕਰ ਤੁਹਾਨੂੰ ਇੱਦਾਂ ਲੱਗਦਾ ਕਿ ਹਾਂਜੀ ਕਿੱਥੇ ਸਹੀ ਹੈ ਕਿੱਥੇ ਨਹੀਂ, ਕਿ ਤੁਹਾਨੂੰ ਆਪਣੀ ਆਪਾਂ ਕਹਿ ਸਕਦੇ ਕਿ ਸੁਧਾਰ ਕੀਤਾ ਜਾ ਸਕਦਾ ਉਸ ਦੇ ਵਿੱਚ, ਸਿੰਪਲ ਸ਼ਬਦਾਂ ਵਿੱਚ ਅਗਰ ਆਪਾਂ ਗੱਲ ਕਰੀਏ। ਠੀਕ ਹੈ, ਨੈਕਸਟ ਅਗਰ ਗੱਲ ਕਰੀਏ ਬੱਚਿਆਂ ਨੂੰ ਸਵੈ ਪ੍ਰਗਟਾਵੇ ਦਾ ਸੁਤੰਤਰ ਮੌਕਾ। ਰਚਨਾ ਦਾ ਮਤਲਬ ਕੀ ਹੁੰਦਾ, ਆਪਣੇ ਵਿਚਾਰਾਂ ਨੂੰ ਲਿਖਣਾ, ਆਪਣੇ ਆਪ ਆਪਾਂ ਕਹਿ ਸਕਦੇ ਕਿ ਕੌਨਫੀਡੈਂਸ, ਅਗਰ ਮਤਲਬ ਜੋ ਆਪਣੇ ਵਿਚਾਰ ਨੇ, ਆਪਣੇ ਨਜ਼ਰੀਆ ਹੈ ਉਸਨੂੰ ਇੱਕ ਲਿਖਿਤ ਜਾਂ ਮੌਖਿਕ ਰੂਪ ਵਿੱਚ ਪ੍ਰਗਟ ਕਰਨਾ। ਅਗਰ ਬੱਚੇ ਨੂੰ ਆਪਾਂ ਰਚਨਾ ਕਰਨ ਦਾ ਮੌਕਾ ਦੇਵਾਂਗੇ ਤਾਂ ਓਬਵੀਅਸ ਗੱਲ ਹੈ ਕਿ ਉਹ ਆਪਣੇ ਆਪ ਨੂੰ ਪ੍ਰਗਟ ਕਰ ਰਹੇ ਹੋਣਗੇ, ਕਿਤੇ ਨਾ ਕਿਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਰਹੇ ਹੋਣਗੇ। ਠੀਕ ਹੈ, ਤਾਂ ਉਹਨਾਂ ਨੂੰ ਇੱਕ ਸੁਤੰਤਰ ਜਿਹਾ ਇੱਕ ਮੌਕਾ ਮਿਲਦਾ। ਰਚਨਾ ਦੀਆਂ ਭਿੰਨ ਸ਼ੈਲੀਆਂ ਦਾ ਗਿਆਨ ਹੁੰਦਾ, ਜਦੋਂ ਆਪਾਂ ਕੁਛ ਲਿਖ ਰਹੇ ਹਾਂ ਤਾਂ ਆਪਾਂ ਨੂੰ ਬਹੁਤ ਸਾਰੀ ਚੀਜ਼ਾਂ ਦੀ ਨੌਲੇਜ ਮਿਲਦੀ ਹੈ। ਠੀਕ ਹੈ, ਨੋ ਡਾਊਟ। ਸ਼ਬਦਾਵਲੀ ਕੀ ਹੋਣੀ ਚਾਹੀਦੀ ਹੈ ਜੀ, ਸਰਲ ਹੋਣੀ ਚਾਹੀਦੀ ਹੈ। ਸਰਲ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸਿੰਪਲ ਜਿਹੇ ਵਰਡਸ ਹੋਣੇ ਚਾਹੀਦੇ ਨੇ। ਆਪਾਂ ਕੱਲ੍ਹ ਉੱਪਰ ਵੀ ਡਿਸਕਸ ਕਰ ਚੁੱਕੇ ਹਾਂ, ਜ਼ਿਆਦਾ ਡਿਫੀਕਲਟ ਵਰਡ ਯੂਜ਼ ਕਰਾਂਗੇ ਤਾਂ ਹੋ ਸਕਦਾ ਸਾਹਮਣੇ ਵਾਲੇ ਸੁਣਨ ਵਾਲੇ ਨੂੰ ਜਾਂ ਪੜ੍ਹਨ ਵਾਲੇ ਨੂੰ ਸਮਝ ਨਾ ਆਉਣ, ਤਾਂ ਉੱਥੇ ਕਿਤੇ ਨਾ ਕਿਤੇ ਬੈਡ ਇਫੈਕਟ ਪੈ ਸਕਦਾ। ਠੀਕ ਹੈ, ਤਾਂ ਬਿਲਕੁਲ ਸਰਲ ਹੋਣੀ ਚਾਹੀਦੀ ਹੈ। ਅੱਗੇ ਆਪਾਂ ਦੇਖ ਰਹੇ ਹਾਂ ਲਿਖਿਤ ਰਚਨਾ ਦਾ ਜੋ ਸੁਧਾਰ ਹੈ ਉਹ ਬੱਚਿਆਂ ਦੇ ਸਾਹਮਣੇ ਹੀ ਕੀਤਾ ਜਾਣਾ ਚਾਹੀਦਾ। ਅਗਰ ਤੁਹਾਨੂੰ ਲੱਗਦਾ ਹੈ ਕਿ ਜੋ ਤੁਹਾਡੇ ਸਟੂਡੈਂਟਸ ਨੇ ਜਾਂ ਬੱਚੇ ਨੇ ਜਿਨ੍ਹਾਂ ਦੁਆਰਾ ਲਿਖੀ ਗਈ ਰਚਨਾ ਦੇ ਵਿੱਚ ਕੁਝ ਨਾ ਕੁਝ ਕਮੀਆਂ ਨੇ ਜਾਂ ਕਿਤੇ ਨੇ ਸ਼ੈਲੀ ਦੇ ਵਿੱਚ, ਜਾਂ ਤਾਂ ਉਹਨਾਂ ਦੇ ਸਾਹਮਣੇ ਹੀ ਉਹਨਾਂ ਕਮੀਆਂ ਨੂੰ ਆਪਾਂ ਨੂੰ ਲੈ ਕੇ ਆਉਣਾ ਚਾਹੀਦਾ ਤਾਂ ਕਿ ਉਹਨਾਂ ਦੇ ਵਿੱਚ ਸੁਧਾਰ ਕੀਤਾ ਜਾ ਸਕੇ। ਅਗਰ ਆਪਾਂ ਉਹਨਾਂ ਨੂੰ ਨਾਲ ਉਹਨਾਂ ਦੀ ਕਮੀਆਂ ਬਾਰੇ ਵੀ ਦੱਸਾਂਗੇ ਤਾਂ ਅੱਗੇ ਤੋਂ ਉਹ ਕੀ ਕਰਨਗੇ, ਉਹਨਾਂ ਕਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਵਿੱਚ ਸੁਧਾਰ ਕਰਨਗੇ ਅਤੇ ਦੁਬਾਰਾ ਉਹ ਗਲਤੀਆਂ ਨਹੀਂ ਦੁਹਰਾਉਣਗੇ। ਠੀਕ ਹੈ, ਤਾਂ ਉਹਨਾਂ ਸਾਹਮਣੇ ਉਹਨਾਂ ਦਾ ਜੋ ਆਪਾਂ ਕਹਿ ਸਕਦੇ ਕਿ ਸੁਧਾਰ ਹੈ ਉਹ ਬੱਚੇ ਦੇ ਸਾਹਮਣੇ ਹੀ ਹੋਣਾ ਚਾਹੀਦਾ। ਅਤੇ ਕੁਝ ਗੱਲਾਂ ਸੀ ਜੋ ਸਾਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ ਕਦੋਂ, ਜਦੋਂ ਆਪਾਂ ਇੱਕ ਰਚਨਾ ਦਾ ਆਪਾਂ ਕਹਿ ਸਕਦੇ ਹਾਂ ਕਿ ਸਿੰਪਲ ਸ਼ਬਦਾਂ ਵਿੱਚ ਰਚਨਾ ਬੱਚਿਆਂ ਦੁਆਰਾ ਆਪਾਂ ਬੱਚਿਆਂ ਨੂੰ ਸਿਖਾ ਰਹੇ ਹਾਂ, ਜਾਂ ਰਚਨਾ ਦੇ ਟਾਈਮ ਜਿਹੜੀ ਗੱਲ ਆਪਾਂ ਨੂੰ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ। ਠੀਕ ਹੈ, ਨੈਕਸਟ ਅਗਰ ਗੱਲ ਕਰੀਏ ਨਿਬੰਧ ਸਿੱਖਿਆ। ਦੇਖੋ ਰਚਨਾ ਨਿਬੰਧ ਦੀ ਵੀ ਹੋ ਸਕਦੀ ਹੈ। ਠੀਕ ਹੈ, ਨਿਬੰਧ ਸਿੱਖਿਆ ਦਾ ਮਤਲਬ ਹੋ ਗਿਆ, ਪਹਿਲਾਂ ਤਾਂ ਨਿਬੰਧ ਸਿੱਖਿਆ ਕੀ ਹੈ। ਨਿਬੰਧ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਠੀਕ ਹੈ, ਇੱਕ ਵੱਡਾ ਪੈਰਾ ਵੀ ਜਿਸ ਨੂੰ ਆਪਾਂ ਬੋਲ ਦਿੰਦੇ ਹਾਂ ਨਿਬੰਧ। ਨਿਬੰਧ ਦਾ ਕੀ ਹੁੰਦਾ, ਸ਼ਬਦ ਮਤਲਬ ਅਗਰ ਆਪਾਂ ਇਹਨੂੰ ਕਹੀਏ ਕਿ ਆਪਣੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਇੱਕ ਸ਼ਬਦਾਂ ਦੀ ਲੜੀ ਦੇ ਵਿੱਚ ਬੰਨਣਾ। ਠੀਕ ਹੈ, ਤਾਂ ਆਪਾਂ ਕਹਿ ਸਕਦੇ ਹਾਂ ਨਹੀਂ ਹੈ, ਬਲਕਿ ਇਹਦਾ ਮਤਲਬ ਹੁੰਦਾ ਬੰਨਣਾ ਦਾ ਮਤਲਬ ਕੀ ਹੁੰਦਾ ਕਿ ਭਾਸ਼ਾ ਦੇ ਮਾਧਿਅਮ ਦੁਆਰਾ ਮਨ ਦੇ ਵਿਚਾਰਾਂ ਨੂੰ ਇੱਕ ਤਰੀਕੇ ਨਾਲ ਇੱਕ ਕ੍ਰਮ ਦੇ ਵਿੱਚ ਬੰਨਣਾ, ਇੱਕ ਸਹੀ ਤਰੀਕੇ ਨਾਲ ਲਿਖਣਾ, ਜਿਸ ਨੂੰ ਆਪਾਂ ਕੀ ਬੋਲਦੇ ਹਾਂ, ਨਿਬੰਧ ਬੋਲਦੇ ਹਾਂ। ਠੀਕ ਹੈ, ਜਿਵੇਂ ਰਚਨਾ ਹੈ, ਕੋਈ ਪੋਇਮ ਲਿਖ ਰਿਹਾ, ਉਸੇ ਤਰੀਕੇ ਨਾਲ ਕਵਿਤਾ ਲਿਖ ਰਿਹਾ, ਤਾਂ ਉਸੇ ਤਰੀਕੇ ਨਾਲ ਨਿਬੰਧ ਵੀ ਤਾਂ ਹੁੰਦੇ ਨੇ। ਨਿਬੰਧ ਦੇ ਵਿੱਚ ਵੀ ਆਪਾਂ ਆਪਣੇ ਵਿਚਾਰ, ਜਿਵੇਂ ਕੋਈ ਫੋਰ ਐਗਜ਼ਾਮਪਲ ਹੈ, ਆਪਾਂ ਮੋਸਟਲੀ ਆਪਾਂ ਪਿੱਛੇ ਵੀ ਪ੍ਰੀਵੀਅਸ ਵੀਡੀਓ ਦੇ ਵਿੱਚ ਕੀਤਾ ਸੀ ਜਦੋਂ ਆਪਾਂ ਮੈਥਡਸ ਕਰ ਰਹੇ ਸੀ ਕਿ ਜਿਹੜੇ ਆਪਾਂ ਕਹਿ ਸਕਦੇ
ਮਿਡਲ ਲੈਵਲ ਦੇ ਜੋ ਸਟੂਡੈਂਟਸ ਹੁੰਦੇ ਨੇ ਉਹਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਵੇਂ ਮੇਲੇ ਤਿਉਹਾਰ ਜਾਂ ਫਿਰ ਆਪਣੇ ਜੀਵਨ ਦੀ ਕੋਈ ਘਟਨਾ ਇੱਦਾਂ ਦੇ ਮੋਸਟਲੀ ਆਪਾਂ ਨੂੰ ਨਿਬੰਧ ਆਮ ਦੇਖਣ ਨੂੰ ਮਿਲਦੇ ਨੇ। ਠੀਕ ਹੈ, ਤਾਂ ਉੱਥੇ ਬੱਚੇ ਜੋ ਆਪਣੇ ਰੀਅਲ ਐਕਸਪੀਰੀਅੰਸਿਸ ਹੁੰਦੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਲਿਖਣਾ ਉਹ ਸਾਰਾ ਕੁਛ ਆਪਾਂ ਇਹਦੇ ਵਿੱਚ ਦੇਖਦੇ ਹਾਂ ਕਿ ਆਪਣੇ ਮਨ ਦੇ ਵਿਚਾਰਾਂ ਨੂੰ ਸਹੀ ਤਰੀਕੇ ਨਾਲ, ਹੁਣ ਕੋਈ ਸੈਲੀਬ੍ਰੇਟ ਹੈ, ਕੋਈ ਆਪਾਂ ਕਹਿ ਸਕਦੇ ਕਿ ਫੰਕਸ਼ਨ ਹੈ, ਜਾਂ ਫਿਰ ਅਗਰ ਗੱਲ ਕਰੀਏ ਤਿਉਹਾਰ ਹੈ ਕੋਈ, ਠੀਕ ਹੈ, ਦੀਵਾਲੀ ਜਾਂ ਹੋਲੀ, ਤੁਸੀਂ ਕਿਸ ਤਰੀਕੇ ਨਾਲ ਮਨਾਈ ਉਹ ਠੀਕ ਹੈ। ਤੁਸੀਂ ਉਸਨੂੰ ਇੱਕ ਆਪਣੀ ਜੋ ਰੀਅਲ ਐਕਸਪੀਰੀਅੰਸਿਸ ਨੇ ਉਸਨੂੰ ਆਪਾਂ ਨੂੰ ਇੱਕ ਸਹੀ ਤਰੀਕੇ ਵਿੱਚ ਕਿਵੇਂ ਲਿਖਣਾ ਹੈ, ਕਿਹੜੇ ਸ਼ਬਦ ਲਿਖਣੇ ਨੇ, ਸਾਰਾ ਕੁਛ ਇੱਕ ਕੀ ਹੁੰਦੀ ਹੈ, ਨਿਬੰਧ ਸਿੱਖਿਆ ਹੁੰਦੀ ਹੈ ਜਿਹਦੇ ਵਿੱਚ ਬੱਚੇ ਸਿੱਖਦੇ ਨੇ। ਅੱਗੇ ਅਗਰ ਗੱਲ ਕਰੀਏ ਨਿਬੰਧ ਸਿੱਖਿਆ ਦੇ ਉਦੇਸ਼ ਕੀ ਨੇ, ਬੱਚਿਆਂ ਦੀ ਨਿਬੰਧ ਸਿੱਖਿਆ ਲਿਖਣ ਦੇ ਪ੍ਰਤੀ ਰੁਚੀ ਅਤੇ ਉਤਸ਼ਾਹ ਪੈਦਾ ਕਰਨਾ। ਅਗਰ ਆਪਾਂ ਉਹਨਾਂ ਨੂੰ ਇੰਸਪਾਇਰ ਕਰਾਂਗੇ ਤਾਂ ਓਬਵੀਅਸ ਗੱਲ ਉਹਨਾਂ ਅੰਦਰ ਇੰਟਰਸਟ ਬਣੇਗਾ, ਉਹ ਲਿਖਣਗੇ। ਠੀਕ ਹੈ, ਵਿਚਾਰਾਂ ਦੇ ਪ੍ਰਗਟਾ ਕਰਨ ਦੀ ਸ਼ਕਤੀ ਨੂੰ ਉਚਿਤ ਸਿੱਖਿਆ ਪ੍ਰਦਾਨ ਕਰਨਾ। ਆਪਣੇ ਅੰਦਰ ਵਿਚਾਰ ਬਹੁਤ ਸਾਰੇ ਹੁੰਦੇ ਨੇ ਬਟ ਉਹਨਾਂ ਨੂੰ ਸਹੀ ਤਰੀਕੇ ਨਾਲ ਲਿਖਣਾ ਮੁਸ਼ਕਿਲ ਹੁੰਦਾ ਹੈ, ਤਾਂ ਕਿ ਆਪਣੇ ਜੋ ਵਿਚਾਰ ਨੇ ਉਹਨਾਂ ਨੂੰ ਆਪਾਂ ਸਹੀ ਤਰੀਕੇ ਨਾਲ, ਸਹੀ ਸ਼ਬਦਾਂ ਦਾ ਪ੍ਰਯੋਗ ਕਰਕੇ, ਸਹੀ ਗ੍ਰਾਮਰ ਦਾ ਪ੍ਰਯੋਗ ਕਰਕੇ ਇੱਕ ਤਰਤੀਬ ਦੇ ਵਿੱਚ ਸਹੀ ਤਰੀਕੇ ਨਾਲ ਲਿਖ ਸਕੀਏ। ਠੀਕ ਹੈ, ਤਾਂ ਇੱਕ ਉਚਿਤ ਸਿੱਖਿਆ ਹੁੰਦੀ ਹੈ ਜੋ ਕਿ ਹਰ ਇੱਕ ਸਟੂਡੈਂਟ ਨੂੰ ਮਿਲਣੀ ਜ਼ਰੂਰੀ ਹੈ। ਨੈਕਸਟ ਅਗਰ ਗੱਲ ਕਰੀਏ ਸ਼ੁੱਧ ਅਤੇ ਸਪਸ਼ਟ ਲਿਖਣ ਦੀ ਯੋਗਤਾ, ਬੱਚੇ ਸਹੀ ਲਿਖਣਗੇ, ਸ਼ੁੱਧ ਲਿਖਣਗੇ। ਠੀਕ ਹੈ, ਉਚਿਤ ਅਤੇ ਥੋੜ੍ਹੇ ਸ਼ਬਦਾਂ ਵਿੱਚ ਵੱਧ ਤੋਂ ਵੱਧ ਵਿਚਾਰ ਪ੍ਰਗਟ ਕੀਤੇ ਜਾ ਸਕਣ। ਠੀਕ ਹੈ, ਕੁਛ ਇੱਦਾਂ ਦੇ ਸ਼ਬਦ ਜਿਹਦੇ ਵਿੱਚ ਜ਼ਿਆਦਾ ਲਿਖਣ ਦੀ ਜ਼ਰੂਰਤ ਨਾ ਪਵੇ, ਮਤਲਬ ਘੱਟ ਸ਼ਬਦਾਂ ਵਿੱਚ ਜ਼ਿਆਦਾ ਵਿਚਾਰਾਂ ਨੂੰ ਪ੍ਰਗਟ ਕੀਤਾ ਜਾ ਸਕੇ। ਠੀਕ ਹੈ, ਇਹ ਵੀ ਇੱਕ ਯੋਗਤਾ ਹੁੰਦੀ ਹੈ ਜੋ ਕਿ ਜ਼ਰੂਰੀ ਹੈ ਬੱਚਿਆਂ ਦੇ ਅੰਦਰ। ਕਰਮਿਕ ਰੂਪ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਹੁਣ ਇੱਕ ਤਰਤੀਬਵਾਰ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਵਿਚਾਰਾਂ ਨੂੰ ਕਿਸ ਤਰੀਕੇ ਨਾਲ ਤਰਤੀਬਵਾਰ ਕਿਹੜੇ ਸ਼ਬਦਾਂ ਦਾ ਯੂਜ਼ ਕਰਨਾ ਹੈ, ਉਹ ਹਰ ਇੱਕ ਚੀਜ਼ ਆਪਾਂ ਇਹਦੇ ਵਿੱਚ ਸਿੱਖਦੇ ਹਾਂ। ਵਾਕ ਪ੍ਰਯੋਗ ਦੁਆਰਾ ਭਿੰਨ ਸ਼ੈਲੀਆਂ, ਜਿਵੇਂ ਕਿ ਰਚਨਾ ਦੀਆਂ ਭਿੰਨ ਸ਼ੈਲੀਆਂ ਹੁੰਦੀਆਂ, ਕਵਿਤਾ ਦੀਆਂ ਭਿੰਨ ਸ਼ੈਲੀਆਂ ਹੁੰਦੀਆਂ ਨੇ, ਉਵੇਂ ਨਿਬੰਧ ਦੀਆਂ ਵੀ ਜਿਹੜੀਆਂ ਸ਼ੈਲੀਆਂ ਹੁੰਦੀਆਂ ਨੇ ਹਰ ਇੱਕ ਨੂੰ ਆਪਾਂ ਇਹਦੇ ਵਿੱਚ ਸਿੱਖਦੇ ਹਾਂ। ਠੀਕ ਹੈ, ਇਸ ਤੋਂ ਬਾਅਦ ਅਗਰ ਗੱਲ ਕਰੀਏ ਇਸ ਤੋਂ ਇਲਾਵਾ ਪ੍ਰਗਟਾ ਦੀਆਂ ਭਿੰਨ ਸ਼ੈਲੀਆਂ ਤੋਂ ਜਾਣੂ ਕਰਵਾਉਣਾ। ਠੀਕ ਹੈ, ਪ੍ਰਗਟਾ ਦੀਆਂ ਭਿੰਨ ਸ਼ੈਲੀਆਂ ਤੋਂ ਜਾਣੂ ਕਰਵਾਉਣਾ ਮਤਲਬ ਉਹੀ ਚੀਜ਼ ਹੈ ਕਿ ਕਿਸ ਤਰੀਕੇ ਨਾਲ ਕਿਹੜੇ ਮੈਥਡਸ ਨਾਲ ਉਹ ਆਪਣੇ ਵਿਚਾਰ ਨੇ ਉਹ ਪ੍ਰਗਟ ਕਰ ਸਕਦੇ ਨੇ। ਤਰਕ ਵਿਤਰਕ ਅਤੇ ਵਾਦ ਵਿਵਾਦ ਦੀ ਯੋਗਤਾ ਦਾ ਵਿਕਸਿਤ ਕਰਨਾ। ਹੁਣ ਅਗਰ ਕੋਈ ਵੀ ਚੀਜ਼ ਹੈ, ਜਿਵੇਂ ਫੋਰ ਐਗਜ਼ਾਮਪਲ ਆਪਾਂ ਬੱਚਿਆਂ ਨੂੰ ਕੋਈ ਵੀ ਇੱਕ ਮੋਬਾਈਲ ਜਾਂ TV ਜਾਂ ਇਸ ਤਰੀਕੇ ਦਾ ਕੋਈ ਵੀ ਆਪਾਂ ਕੋਈ ਟੌਪਿਕ ਦੇ ਦਿੰਦੇ ਹਾਂ ਜਿਹਦੇ ਵਿੱਚ ਬੱਚਿਆਂ ਨੂੰ ਆਪਾਂ ਕਹਿੰਦੇ ਕਿ ਇਹਨਾਂ ਦੇ ਐਡਵਾਂਟੇਜਸ ਅਤੇ ਡਿਸਐਡਵਾਂਟੇਜਸ ਦੋਨੋਂ ਲਿਖੋ, ਕਿ ਇਸਦਾ ਸਹੀ ਪ੍ਰਯੋਗ ਵੀ ਲਿਖੋ ਔਰ ਇਸਦਾ ਗਲਤ ਪ੍ਰਯੋਗ ਵੀ ਲਿਖੋ। ਤਾਂ ਉੱਥੇ ਬੱਚਿਆਂ ਦੇ ਕਿਸ ਚੀਜ਼ ਦੀ ਬੱਚੇ ਸੋਚਣਗੇ ਕਿ ਮੋਬਾਈਲ ਦਾ ਸਹੀ ਕੀ ਹੈ ਔਰ ਗਲਤ ਕੀ ਹੈ, ਮਤਲਬ ਉਹ ਲੌਜਿਕ ਸੋਚ ਰਹੇ ਨੇ, ਥਿੰਕਿੰਗ ਲਗਾ ਰਹੇ ਨੇ। ਤਰਕ ਵੀ ਵਾਦ ਵਿਵਾਦ ਵੀ ਹੋ ਰਿਹਾ ਕਿਤੇ ਨਾ ਕਿਤੇ ਕਿ ਪੋਜ਼ੀਟਿਵ ਵੀ ਨੇ ਔਰ ਨੈਗੇਟਿਵ ਕਿਉਂ ਨੇ। ਠੀਕ ਹੈ, ਆਲੋਚਨਾ ਵੀ ਕਿਤੇ ਨਾ ਕਿਤੇ ਉਸਦੀ ਹੋ ਰਹੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਕੀ ਨੇ, ਕਾਫੀ ਹੱਦ ਤੱਕ ਬੱਚਿਆਂ ਨੂੰ ਕੀ ਕਰਦੀਆਂ ਨੇ, ਸਿਖਾਉਂਦੀਆਂ ਨੇ, ਉਹਨਾਂ ਦਾ ਵਿਕਾਸ ਕਰਦੀਆਂ ਨੇ। ਔਰ ਇਹ ਸਾਰੀਆਂ ਚੀਜ਼ਾਂ ਦੇ ਮਾਮਲੇ ਦੇ ਵਿੱਚ ਹਰ ਇੱਕ ਸਟੂਡੈਂਟ ਦਾ ਵਿਕਾਸ ਹੋਣਾ ਪ੍ਰੋਪਰ ਵੇ ਦੇ ਨਾਲ ਬਹੁਤ ਜ਼ਿਆਦਾ ਜ਼ਰੂਰੀ ਹੈ। ਦੇਖੋ ਨਿਬੰਧ ਦੇ ਵਿੱਚ ਕੀ ਹੁੰਦਾ ਹੈ, ਆਪਾਂ ਨਿਬੰਧ ਦੇ ਉਦੇਸ਼ ਅਗਰ ਦੇਖ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਪੜ੍ਹਿਆ ਕਿ ਬੱਚਿਆਂ ਦਾ ਨਿਬੰਧ ਲਿਖਣ ਦੇ ਪ੍ਰਤੀ ਰੁਚੀ ਹੋਣੀ ਚਾਹੀਦੀ ਹੈ। ਅਗਰ ਉਹ ਇੰਟਰਸਟ ਹੋਏਗਾ ਤਾਂ ਹੀ ਉਹ ਸੋਚਣਗੇ, ਤਾਂ ਹੀ ਉਹ ਕੀ ਕਰਨਗੇ, ਲਿਖਣਗੇ। ਠੀਕ ਹੈ, ਆਪਾਂ ਇਹ ਸਾਰੇ ਪੜ੍ਹੇ ਜਿਹਦੇ ਵਿੱਚ ਆਪਾਂ ਨੂੰ ਇੱਕ ਚੀਜ਼ ਕਲੀਅਰ ਹੋਈ ਕਿ ਇੱਥੇ ਸਿਰਫ ਕੀ ਹੋ ਰਿਹਾ, ਸਿਰਫ ਨਹੀਂ ਆਪਾਂ ਬੋਲ ਸਕਦੇ ਕਿਉਂਕਿ ਬੱਚਿਆਂ ਦਾ ਜੋ ਸੋਚਣ ਸ਼ਕਤੀ ਹੈ ਜਾਂ ਫਿਰ ਬੱਚੇ ਦੀ ਜੋ ਭਾਸ਼ਾ ਦੇ ਪ੍ਰਤੀ ਪਕੜ ਹੈ ਉਹ ਕਾਫੀ ਹੱਦ ਤੱਕ ਕੀ ਹੁੰਦੀ ਹੈ, ਮਜ਼ਬੂਤ ਹੁੰਦੀ ਹੈ। ਠੀਕ ਹੈ, ਤਾਂ ਨਿਬੰਧ ਰਚਨਾ ਸਿੱਖਿਆ ਖੁਦ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨਾ ਸਭ ਤੋਂ ਜ਼ਰੂਰੀ ਇੱਕ ਚੀਜ਼ ਹੁੰਦੀ ਹੈ ਜੋ ਲਰਨਿੰਗ ਦੇ ਵਿੱਚ ਆਉਣੀ ਚਾਹੀਦੀ ਹੈ। ਨੈਕਸਟ ਅਗਰ ਗੱਲ ਕਰੀਏ ਨਿਬੰਧ ਅਧਿਆਪਨ ਸਮੇਂ ਧਿਆਨ ਦੇਣਾ। ਹੁਣ ਆਪਾਂ ਬੱਚਿਆਂ ਨੂੰ ਸਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਤੁਸੀਂ ਲਿਖਣਾ ਹੈ, ਤਾਂ ਉਸ ਸਮੇਂ ਆਪਾਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਠੀਕ ਹੈ, ਆਪਾਂ ਬੱਚਿਆਂ ਨੂੰ ਸਿਖਾ ਰਹੇ ਹਾਂ ਕਿਸ ਤਰੀਕੇ ਨਾਲ ਤੁਸੀਂ ਨਿਬੰਧ ਲਿਖਣਾ ਹੈ, ਤਾਂ ਆਪਾਂ ਉਹਨਾਂ ਨੂੰ ਗਾਈਡ ਕਰਾਂਗੇ। ਅਤੇ ਗਾਈਡੈਂਸ ਦਿੰਦੇ ਸਮੇਂ ਆਪਾਂ ਨੂੰ ਕਿਹੜੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਨਿਬੰਧ ਸਿੱਖਿਆ ਦੇ ਉਦੇਸ਼ਾਂ ਨੂੰ ਸਾਹਮਣੇ ਰੱਖਿਆ ਜਾਵੇ। ਬੱਚਿਆਂ ਨੂੰ ਆਪਾਂ ਦੱਸ ਰਹੇ ਹਾਂ ਕਿ ਤੁਸੀਂ ਇਸ ਟੌਪਿਕ ਦੇ ਉੱਪਰ ਨਿਬੰਧ ਲਿਖੋ, ਤਾਂ ਉਸਦੇ ਜੋ ਉਦੇਸ਼ ਨੇ ਉਹ ਉਹਨਾਂ ਦੇ ਸਾਹਮਣੇ ਰੱਖਣੇ ਜ਼ਰੂਰੀ ਨੇ। ਠੀਕ ਹੈ, ਤਾਂ ਕਿ ਬੱਚੇ ਉਸ ਨੂੰ ਸਮਝ ਸਕਣ ਅਤੇ ਪ੍ਰੋਪਰਲੀ ਆਪਣੀ ਜੋ ਵਿਚਾਰ ਨੇ ਉਹਨਾਂ ਨੂੰ ਲਿਖ ਸਕਣ। ਉਦੇਸ਼ਾਂ ਦੇ ਆਧਾਰ 'ਤੇ ਹੀ ਜੋ ਪਾਠ ਯੋਜਨਾ ਉਹ ਤਿਆਰ ਕੀਤੀ ਜਾ ਸਕੇ। ਠੀਕ ਹੈ, ਹੁਣ ਉਦੇਸ਼ਾਂ ਨੂੰ ਧਿਆਨ 'ਚ ਰੱਖ ਕੇ ਕਿ ਹਾਂਜੀ ਇਸ ਤੋਂ ਸਾਨੂੰ ਇਹ ਸਿੱਖਣ ਨੂੰ ਮਿਲੇਗਾ, ਜਿਸ ਨਾਲ ਇਹ ਆਪਾਂ ਪ੍ਰੋਫਿਟ ਆਪਾਂ ਕਹਿ ਸਕਦੇ ਹਾਂ ਜਾਂ ਸਿੱਖ ਪਾਵਾਂਗੇ, ਬੱਚਿਆਂ ਨੂੰ ਸਿਖਾ ਪਾਵਾਂਗੇ, ਤਾਂ ਉਸ ਦੇ ਆਧਾਰ 'ਤੇ ਜੋ ਪਾਠ ਯੋਜਨਾ ਹੈ ਉਹ ਹੋਣੀ ਚਾਹੀਦੀ ਹੈ। ਠੀਕ ਹੈ, ਪਾਠ ਯੋਜਨਾ ਮੀਨ ਟੂ ਸੇ ਇੱਕ ਤਰੀਕੇ ਨਾਲ ਕਿ ਆਪਾਂ ਇਸ ਦੇ ਵਿੱਚ ਕਿਸ ਤਰੀਕੇ ਨਾਲ ਸਾਰਾ ਕੁਛ ਕਵਰ ਕਰਨਾ ਹੈ, ਕਿਹੜੀ ਐਕਟੀਵਿਟੀ, ਸਾਰਾ ਕੁਛ ਉਹਦੇ ਵਿੱਚ ਹੋਏਗਾ। ਠੀਕ ਹੈ, ਵਿਸ਼ੇ ਦੀ ਚੋਣ ਬੱਚਿਆਂ ਦੀ ਸਿੱਖਿਆ ਪੱਧਰ ਅਤੇ ਮਾਨਸਿਕ ਪੱਧਰ ਅਨੁਸਾਰ ਹੋਣੀ ਚਾਹੀਦੀ ਹੈ। ਕਿਹੜੇ ਟੌਪਿਕ ਤੁਸੀਂ ਦੇ ਰਹੇ ਹੋ ਬੱਚਿਆਂ ਨੂੰ। ਹੁਣ ਜੋ ਬੱਚਾ ਮੋਬਾਈਲ ਹੀ ਨਹੀਂ ਯੂਜ਼ ਕਰਦਾ, ਮੋਬਾਈਲ ਦੇ ਯੂਜ਼ ਔਰ ਐਡਵਾਂਟੇਜ ਅਤੇ ਡਿਸਐਡਵਾਂਟੇਜ ਨਹੀਂ ਲਿਖ ਸਕਦਾ। ਠੀਕ ਹੈ, ਹੁਣ ਇਹ ਸਾਰੀਆਂ ਚੀਜ਼ਾਂ ਕਿਵੇਂ ਹੋਣੀਆਂ ਚਾਹੀਦੀਆਂ ਨੇ, ਬੱਚਿਆਂ ਦੀ ਸਿੱਖਿਆ ਦੇ ਅਕੋਰਡਿੰਗ ਹੋਣੀਆਂ ਚਾਹੀਦੀਆਂ ਨੇ, ਮਾਨਸਿਕ ਪੱਧਰ ਦੇ ਅਕੋਰਡਿੰਗ ਹੋਣੀਆਂ ਚਾਹੀਦੀਆਂ ਨੇ। ਠੀਕ ਹੈ, ਉਹ ਸਾਰਾ ਕੁਛ ਆਪਾਂ ਨੂੰ ਇਹਦੇ ਵਿੱਚ ਧਿਆਨ 'ਚ ਰੱਖਣਾ ਚਾਹੀਦਾ ਹੈ। ਫੋਰ ਐਗਜ਼ਾਮਪਲ ਅਗਰ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਨੂੰ ਪਤਾ ਕਿ +1 +2 ਲਗਾ ਲਓ ਜਾਂ ਟੀਨੇਜ ਲਗਾ ਲਓ ਜਾਂ ਹਾਇਰ ਲਗਾ ਲਓ, ਜਿੱਥੇ ਜਾ ਕੇ ਬੱਚੇ ਮੋਬਾਈਲ ਜ਼ਿਆਦਾ ਯੂਜ਼ ਕਰਦੇ ਨੇ, ਨੋ ਡਾਊਟ। ਠੀਕ ਹੈ, ਤਾਂ ਉੱਥੇ ਆਪਾਂ ਬੱਚੇ ਨੂੰ ਅਗਰ ਇਹ ਟੌਪਿਕ ਦਿੰਦੇ ਹਾਂ ਕਿ ਮੋਬਾਈਲ ਦੇ ਯੂਜ਼ਸ ਲਿਖੋ ਜਾਂ ਐਡਵਾਂਟੇਜਸ ਜਾਂ ਡਿਸਐਡਵਾਂਟੇਜਸ ਲਿਖੋ, ਤਾਂ ਉੱਥੇ ਬੱਚੇ ਜਦੋਂ ਆਪਣੀ ਸੋਚ ਕੇ ਲਿਖਣ ਦੀ ਕੋਸ਼ਿਸ਼ ਕਰਨਗੇ ਤਾਂ ਕਾਫੀ ਹੱਦ ਤੱਕ ਉਹਨਾਂ ਨੂੰ ਵੀ ਜੋ
ਨੌਲੇਜ ਉਹ ਮਿਲੇਗੀ। ਨੈਕਸਟ ਅਗਰ ਗੱਲ ਕਰੀਏ ਫੋਰਥ ਦੇ ਵਿੱਚ ਆਪਾਂ ਦੇਖ ਪਾ ਰਹੇ ਹਾਂ ਅਧਿਆਪਕ ਕਥਨ ਪ੍ਰਭਾਵਸ਼ਾਲੀ ਹੋਵੇ ਜਿਸ ਤੋਂ ਕੀ ਹੋ ਸਕੇ। ਹੁਣ ਇਸ ਤਰੀਕੇ ਨਾਲ ਦੇਖੋ, ਇਹਨੂੰ ਪੂਰੇ ਨੂੰ ਆਪਾਂ ਪੜ੍ਹਦੇ ਹਾਂ। ਪਹਿਲਾਂ ਅਧਿਆਪਕ ਕਥਨ ਕੀ ਹੋਣਾ ਚਾਹੀਦਾ, ਪ੍ਰਭਾਵਸ਼ਾਲੀ ਹੋਣਾ ਚਾਹੀਦਾ, ਜਿਸ ਤੋਂ ਵਿਚਾਰਾਂ ਦਾ ਆਪਾਂ ਨੂੰ ਇੱਕ ਤਰਤੀਬ ਬਾਰ ਆਪਾਂ ਕਹਿ ਸਕਦੇ ਹਾਂ ਜੋ ਕਰਮਿਕ ਪ੍ਰਗਟਾਅ ਠੀਕ ਹੈ, ਬੱਚੇ ਸਮਝ ਸਕਣ ਅਤੇ ਆਪਣੀ ਲਿਖਤ ਵਿੱਚ ਉਹਨਾਂ ਦਾ ਅਨੁਭਵ ਕਰ ਸਕਣ। ਹੁਣ ਆਪਾਂ ਬੱਚਿਆਂ ਨੂੰ ਪਹਿਲਾਂ ਦੱਸਾਂਗੇ ਕਿ ਤੁਸੀਂ ਇਸ ਵੇ ਨਾਲ ਲਿਖ ਸਕਦੇ ਹੋ, ਠੀਕ ਹੈ। ਤਾਂ ਮਤਲਬ ਜੋ ਆਪਾਂ ਬੱਚਿਆਂ ਨੂੰ ਦੱਸ ਰਹੇ ਹਾਂ ਉਹ ਇੱਕ ਤਰੀਕੇ ਨਾਲ ਇੰਨਾ ਕੁ ਇਫੈਕਟਿਵ ਹੋਣਾ ਚਾਹੀਦਾ ਕਿ ਬੱਚੇ ਉਸ ਤੋਂ ਸਮਝ ਸਕਣ ਕਿ ਹਾਂਜੀ ਅਸੀਂ ਆਪਣੇ ਵਿਚਾਰਾਂ ਨੂੰ ਕਿਵੇਂ ਪ੍ਰਗਟ ਕਰਨਾ ਹੈ, ਕਿਹੜੀ ਤਰਤੀਬ ਦੇ ਵਿੱਚ ਲਿਖਣਾ ਹੈ, ਕਿਹੜੇ ਸ਼ਬਦਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਹਰ ਇੱਕ ਚੀਜ਼ ਨੂੰ ਆਪਾਂ ਨੂੰ ਪ੍ਰੋਪਰਲੀ ਐਕਸਪਲੇਨ ਕਰਨਾ ਚਾਹੀਦਾ। ਇਸ ਲਈ ਇੱਥੇ ਸਪੈਸ਼ਲੀ ਆਪਾਂ ਕਹਿ ਸਕਦੇ ਕਿ ਜੋ ਕਥਨ ਹੈ ਉਹ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਤਾਂ ਕਿ ਬੱਚੇ ਸਮਝ ਸਕਣ ਕਿ ਉਹਨਾਂ ਨੇ ਆਪਣੀ ਲਿਖਤ ਵਿੱਚ ਆਪਣੇ ਵਿਚਾਰਾਂ ਨੂੰ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕਰਨਾ ਹੈ। ਕਲੀਅਰ। ਇਸ ਤੋਂ ਬਾਅਦ ਅਗਰ ਗੱਲ ਕਰੀਏ ਅਧਿਆਪਨ ਕਥਨ ਦਾ ਮੁੱਖ ਬਿੰਦੂ ਬਲੈਕਬੋਰਡ 'ਤੇ ਅੰਕਿਤ ਕੀਤਾ ਜਾਣਾ ਚਾਹੀਦਾ ਹੈ ਕਿ ਤੁਸੀਂ ਇਹਦੇ ਵਿੱਚ ਇਹ ਐਡਵਾਂਟ ਹੁਣ ਜਿਵੇਂ ਫੋਰ ਐਗਜ਼ਾਮਪਲ ਹੈ ਕੋਈ ਵੀ ਤੁਸੀਂ ਲਿਖ ਸਕਦੇ ਹੋ ਹੈ ਨਾ ਕਿ ਟੋਪਿਕ ਬੱਚਿਆਂ ਨੂੰ ਦਿੱਤਾ ਉਸ ਦੇ ਵਿੱਚ ਤੁਸੀਂ ਕਿਹੜੇ ਪੁਆਇੰਟ 'ਤੇ ਗੱਲ ਕਰ ਸਕਦੇ ਹੋ, ਉਹ ਸਾਰਾ ਕੁਛ ਜੇਕਰ ਤੁਸੀਂ ਬਲੈਕਬੋਰਡ 'ਤੇ ਲਿਖ ਸਕਦੇ ਹੋ ਤਾਂ ਇਹਦੇ ਨਾਲ ਕੀ ਹੋਏਗਾ, ਬੱਚਿਆਂ ਦੇ ਟਾਈਮ ਟੂ ਟਾਈਮ ਅਗਰ ਲੋੜ ਪੈਣ 'ਤੇ ਬਾਰ ਪੁੱਛਣ ਦੀ ਬਜਾਏ ਖੁਦ ਬੋਰਡ ਤੋਂ ਲਿਖ ਕੇ ਆਪਣੇ ਜੋ ਵਿਚਾਰ ਨੇ ਉਸ ਪ੍ਰਤੀ ਦੇਖ ਸਕਦੇ ਨੇ। ਠੀਕ ਹੈ। ਮੁੱਖ ਬਿੰਦੂ ਮਤਲਬ ਜਿਵੇਂ ਕਿ ਹੁਣ ਕੋਈ ਵੀ ਜਿਸ ਟੋਪਿਕ ਦੇ ਉੱਪਰ ਤੁਸੀਂ ਬੱਚੇ ਨੂੰ ਲਿਖਣਾ ਚਾਹੁੰਦੇ ਹੋ ਕਿ ਉਹ ਆਪਣੇ ਲਿਖ ਕੇ ਆਪਣੇ ਵਿਚਾਰ ਪ੍ਰਗਟ ਕਰਨ ਤਾਂ ਉਹ ਤੁਸੀਂ ਬਲੈਕਬੋਰਡ 'ਤੇ ਲਿਖ ਸਕਦੇ ਹੋ। ਨੈਕਸਟ ਅਗਰ ਗੱਲ ਕਰੀਏ ਨਿਬੰਧ ਦੀ ਪੇਸ਼ਕਾਰੀ ਸਮੇਂ ਸਿੱਖਿਆ ਸਹਾਇਕ ਸਮੱਗਰੀ ਚਾਰਟ ਹੋ ਗਏ, ਚਿੱਤਰ ਹੋ ਗਏ ਆਦਿ ਦਾ ਸਾਰਾ ਤੋਂ ਕੀ ਕੀਤਾ ਜਾਣਾ ਚਾਹੀਦਾ, ਪ੍ਰਯੋਗ ਕੀਤਾ ਜਾਣਾ ਚਾਹੀਦਾ। ਓਬੀਅਸ ਜੀ ਗੱਲ ਹੈ ਵੀ ਅਗਰ ਗੱਲ ਕਰੀਏ ਨਿਬੰਧ ਦੀ ਪੇਸ਼ਕਾਰੀ ਸਮੇਂ ਕੀ ਹੋਣਾ ਚਾਹੀਦਾ, ਟੀਚਿੰਗ ਏਡਸ ਹੋ ਗਈਆਂ ਜਿਵੇਂ ਚਾਰਟ, ਪਿਕਚਰਸ, ਇਹ ਸਾਰਾ ਕੁਛ ਆਪਾਂ ਮੋਡਲਸ ਬੋਲ ਸਕਦੇ ਹਾਂ। ਤਾਂ ਇਹਨਾਂ ਸਾਰਿਆਂ ਦਾ ਯੂਜ਼ ਕਰਨਾ ਚਾਹੀਦਾ ਤਾਂ ਕਿ ਬੱਚੇ ਸਹੀ ਤਰੀਕੇ ਨਾਲ ਆਪਣੇ ਸਿੱਖ ਸਕਣ। ਇਹ ਬਿਲਕੁਲ ਸਾਰੀਆਂ ਬੇਸਿਕਸ ਦੀਆਂ ਗੱਲਾਂ ਨੇ, ਇਹਦੇ ਵਿੱਚ ਇੱਕ ਵੀ ਇੱਦਾਂ ਦੀ ਗੱਲ ਨਹੀਂ ਹੈ ਜੋ ਆਪਾਂ ਨੂੰ ਕਿਤੇ ਨਾ ਕਿਤੇ ਪਤਾ ਨਾ ਹੋਵੇ। ਹਾਂਜੀ ਇਹ ਜ਼ਰੂਰ ਹੋ ਸਕਦਾ ਹੈ ਕਿ ਆਪਾਂ ਇਸ ਬਾਰੇ ਕਦੇ ਸੋਚ ਕੇ ਨਾ ਦੇਖਿਆ ਹੋਵੇ, ਇੱਦਾਂ ਹੋ ਸਕਦਾ ਹੋਵੇ ਕਿਸੇ ਪਰਸਨ ਨਾਲ, ਬਟ ਪਤਾ ਆਪਾਂ ਨੂੰ ਸਾਰਿਆਂ ਨੂੰ ਹੁੰਦਾ ਕਿ ਅਗਰ ਆਪਾਂ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਕਿਹੜੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਪਾਂ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਕਿ ਤੁਸੀਂ ਐਸੇ ਜਾਂ ਨਿਬੰਧ ਕਿਸ ਤਰੀਕੇ ਨਾਲ ਲਿਖਦੇ ਤਾਂ ਆਪਾਂ ਬੱਚਿਆਂ ਨੂੰ ਓਬੀਅਸ ਗੱਲ ਹੈ ਹਰ ਇੱਕ ਚੀਜ਼ ਇਸ ਤਰੀਕੇ ਨਾਲ ਗਾਈਡੈਂਸ ਦੇਵਾਂਗੇ ਕਿ ਬੱਚੇ ਖੁਦ ਬ ਖੁਦ ਜੋ ਕਿ ਆਪਾਂ ਇਹਦੇ ਵਿੱਚ ਪੜ੍ਹਿਆ ਵੀ ਹੈ ਕਿਤੇ ਨਾ ਕਿਤੇ, ਠੀਕ ਹੈ। ਤਾਂ ਹਰ ਇੱਕ ਚੀਜ਼ ਨੂੰ ਆਪਾਂ ਥੋੜ੍ਹਾ ਪ੍ਰੈਕਟੀਕਲ ਲੈ ਕੇ ਸੋਚੋ, ਠੀਕ ਹੈ, ਕਿਉਂਕਿ ਹੁਣ ਪੰਜਾਬੀ ਪੈਡਾਗੋਜੀ ਹੈ, ਥਿਊਰੀ ਦਾ ਸਬਜੈਕਟ ਹੈ ਤਾਂ ਪੜ੍ਹਾਉਣਾ ਜ਼ਰੂਰੀ ਹੈ, ਬਟ ਜੋ ਪੁਆਇੰਟ ਇਹਦੇ ਵਿੱਚ ਲਿਖੇ ਨੇ ਉਹ ਸਾਰੇ ਦੇ ਸਾਰੇ ਪ੍ਰੈਕਟੀਕਲ ਨੇ। ਥੋੜ੍ਹਾ ਸੋਚ ਕੇ ਇਸ ਚੀਜ਼ ਨੂੰ ਕਰੋਗੇ ਤਾਂ ਬਿਲਕੁਲ ਹੀ ਤੁਹਾਡੇ ਕੋਈ ਵੀ ਡਾਊਟ ਨਹੀਂ ਰਹੇਗਾ। ਨੈਕਸਟ ਅਗਰ ਗੱਲ ਕਰੀਏ ਹਰ ਇੱਕ ਨਿਬੰਧ ਦੇ 3 ਭਾਗ ਹੁੰਦੇ ਆ। ਸਭ ਤੋਂ ਪਹਿਲਾਂ ਤਾਂ ਜਾਣ ਪਹਿਚਾਣ ਹੁੰਦੀ ਹੈ, ਉਸ ਤੋਂ ਬਾਅਦ ਉਹਦਾ ਸਾਰ ਹੁੰਦਾ, ਠੀਕ ਹੈ, ਨਤੀਜਾ ਇਸ ਤੋਂ ਪ੍ਰਸਾਰ ਹੁੰਦਾ, ਉਸ ਤੋਂ ਬਾਅਦ ਆਉਂਦਾ ਨਤੀਜਾ। ਜਾਣ ਪਛਾਣ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਕੀ ਹੁੰਦਾ। ਜਾਣ ਪਛਾਣ ਦੇ ਵਿੱਚ ਆਪਾਂ ਜਸਟ ਮੂਲ ਇਨਫੋਰਮੇਸ਼ਨ ਦਿੰਦੇ ਹਾਂ ਸਟਾਰਟਿੰਗ ਦੇ ਵਿੱਚ। ਪ੍ਰਸਾਰ ਦੇ ਵਿੱਚ ਆਪਾਂ ਕਹਿ ਸਕਦੇ ਜੋ ਪ੍ਰੋਪਰਲੀ ਡਿਸਕਸ਼ਨ ਇਹਦੇ ਵਿੱਚ ਕੀਤੀ ਜਾਂਦੀ ਹੈ। ਲਾਸਟ ਦੀ ਅਗਰ ਆਪਾਂ ਗੱਲ ਕਰੀਏ ਇੱਕ ਨਤੀਜਾ ਕੱਢਿਆ ਜਾਂਦਾ, ਠੀਕ ਹੈ, ਸਾਰ ਕੱਢਿਆ ਜਾਂਦਾ ਕਿ ਹਾਂਜੀ ਪੂਰੇ ਆਪਾਂ ਨਿਬੰਧ ਦੇ ਵਿੱਚ ਕੀ ਗੱਲ ਕੀਤੀ ਹੈ। ਇਸ ਤਰੀਕੇ ਨਾਲ 3 ਪਾਰਟਸ ਦੇ ਵਿੱਚ ਇਸਨੂੰ ਕੀ ਕੀਤਾ ਜਾਂਦਾ, ਡਿਵਾਈਡ ਕੀਤਾ ਜਾਂਦਾ, ਠੀਕ ਹੈ। ਅਤੇ ਇਹ ਕੁਝ ਗੱਲਾਂ ਨੇ ਜੋ ਆਪਾਂ ਡਿਸਕਸ ਕੀਤੀਆਂ। ਇੱਕ ਵਾਰੀ ਆਪਾਂ ਓਵਰਵਿਊ ਲੈ ਲੈਂਦੇ ਹਾਂ ਸਾਰਾ ਕਿ ਅੱਜ ਆਪਾਂ ਕੀ ਡਿਸਕਸ ਕੀਤਾ। ਸਭ ਤੋਂ ਪਹਿਲਾਂ ਤਾਂ ਰਚਨਾ ਸਿੱਖਿਆ ਜੋ ਕਿ ਪ੍ਰੀਵੀਅਸ ਟੋਪਿਕ ਆਪਾਂ ਸਟਾਰਟ ਕੀਤਾ ਉਸ ਨੂੰ ਕੰਪਲੀਟ ਕੀਤਾ। ਇਹਦੇ ਵਿੱਚ ਕਿਹੜੇ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਉਹ ਡਿਸਕਸ ਕੀਤਾ। ਆਫਟਰ ਦੈਟ ਆਪਾਂ ਡਿਸਕਸ ਕੀਤਾ ਕਿ ਕਿਸ ਤਰੀਕੇ ਨਾਲ ਜੋ ਨਿਬੰਧ ਸਿੱਖਿਆ ਹੁੰਦੀ ਹੈ ਉਹ ਕੀ ਹੁੰਦੀ ਹੈ ਅਤੇ ਨਿਬੰਧ ਸਿੱਖਿਆ ਟਾਈਮ ਆਪਾਂ ਨੂੰ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਅੱਜ ਆਪਾਂ ਇਹਦੇ ਵਿੱਚ ਡਿਸਕਸ ਕੀਤੀਆਂ। ਜ਼ਿਆਦਾ ਲੰਬਾ ਟੋਪਿਕ ਨਹੀਂ ਸੀ, ਛੋਟਾ ਜਿਹਾ ਸੀ ਕਿਉਂਕਿ ਕਾਫੀ ਹੱਦ ਤੱਕ ਆਪਾਂ ਇਹ ਟੋਪਿਕ ਕੰਪਲੀਟ ਕਰ ਚੁੱਕੇ ਸੀ, ਠੀਕ ਹੈ। ਅਤੇ ਅੱਜ ਵੀ ਇਹ ਟੋਪਿਕ ਜੋ ਹੈ ਪੂਰਾ ਕੰਪਲੀਟ ਹੋ ਗਿਆ। ਅਤੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਟੋਪਿਕ ਨੂੰ ਸਟਾਰਟ ਕਰਾਂਗੇ, ਦੇਖਾਂਗੇ ਜੋ ਵੀ ਟੋਪਿਕ ਰਿਹਾ। ਅਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਪਸੰਦ ਆਇਆ ਵੀਡੀਓ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ, ਠੀਕ ਹੈ ਜੀ। ਤਾਂ ਬਿਲਕੁਲ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਏਗਾ। ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰੋ ਅਤੇ ਸਬਸਕ੍ਰਾਈਬ ਕਰੋ ਜੇ ਫਸਟ ਟਾਈਮ ਆਏ ਹੋ। ਹੈਲਪਫੁਲ ਹੈ ਤੁਹਾਡੇ ਸਾਰਿਆਂ ਲਈ ਇਹ ਪੂਰਾ ਦਾ ਪੂਰਾ ਵੀਡੀਓ। ਚਲੋ ਫਿਰ ਮਿਲਦੇ ਹਾਂ। ਹਾਂਜੀ ਇੱਕ ਹੋਰ ਇਨਫੋਰਮੇਸ਼ਨ ਦੇਣੀ ਸੀ ਕਿ ਤੁਹਾਨੂੰ ਜੇ ਤੁਹਾਨੂੰ ਨੋਟਸ ਚਾਹੀਦੇ ਨੇ ਨਾਲ, ਠੀਕ ਹੈ, ਜਿਵੇਂ ਕਿ ਅੱਜ ਆਪਾਂ ਜੋ ਸਲਾਈਡ ਤੋਂ ਪੜ੍ਹਿਆ ਉਹ ਸਾਰੇ ਨੋਟਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਜਾਂਦੇ ਨੇ। ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਟੈਲੀਗ੍ਰਾਮ ਚੈਨਲ ਦਾ ਲਿੰਕ, ਤੁਸੀਂ ਉੱਥੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਉੱਥੇ ਤੁਹਾਨੂੰ ਸਾਰੇ ਨੋਟਸ ਨੇ ਜੋ ਪ੍ਰੋਵਾਈਡ ਕਰਵਾ ਦਿੱਤੇ ਜਾਂਦੇ ਨੇ ਟੋਪਿਕ ਕੰਪਲੀਟ ਹੋਣ ਤੋਂ ਬਾਅਦ, ਠੀਕ ਹੈ। ਜਿਵੇਂ ਕਿ ਹੁਣ ਆਪਣਾ ਅੱਜ ਦਾ ਟੋਪਿਕ ਇਹ ਕੰਪਲੀਟ ਹੋ ਗਿਆ ਤਾਂ ਅੱਜ ਤੁਹਾਨੂੰ PDF ਸੈਂਡ ਕਰ ਦਿੱਤੀ ਜਾਏਗੀ। ਕਲੀਅਰ। ਚਲੋ ਫਿਰ ਮਿਲਦੇ ਹਾਂ ਨੈਕਸਟ ਵੀਡੀਓ 'ਚ। ਥੈਂਕ ਯੂ।